ਤਰਸੇਮ ਸਿੰਘ ਭੰਗੂ ਦੇ ਨਾਵਲ ਫਰਸ਼ ਤੋਂ ਅਰਸ਼ ਤੱਕ ਦਾ ਅਗਲਾ ਕਾਂਡ 17 1951 ਦਸੰਬਰ ਵਿੱਚ ਆਸ਼ਾ ਪ੍ਰੈਸ ਵਿੱਚ ਕੰਮ ਕਰਦਿਆਂ ਜੋ ਦਿੱਲੀ ਵਾਲੇ ਭਾਪਾ ਜੀ ਦੇ ਸੋਹਲੇ ਗਾਉਂਦਾ ਸੀ, ਉਸ ਤੋਂ ਸਾਦੇ ਕਾਗਜ਼ ਉੱਤੇ ਹੱਥ ਨਾਲ ਬਣਾਏ ਨਕਸ਼ੇ ਅਨੁਸਾਰ ਲਾਲ ਕਿਲੇ ਦੇ ਮੁੱਖ ਦੁਆਰ ਤੋਂ ਚਾਂਦਨੀ ਚੌਕ ਵੱਲ ਜਾਂਦੇ ਬਾਜ਼ਾਰ ਦੀ ਦੱਖਣੀ ਬਾਹੀ ਵਿੱਚ ਲਾਜਪਤ ਰਾਏ ਮਾਰਕੀਟ ਦੇ ਐਨ ਸਾਹਮਣੇ ਜੈਨ ਮੰਦਰ, ਗੌਰੀ ਸ਼ੰਕਰ ਮੰਦਰ ਤੇ ਕਵੀ ਰਾਜ ਹਰਨਾਮ ਦਾਸ ਬੀਏ ਦੇ ਦਵਾਖਾਨੇ ਦੇ ਨਾਲ ਲੱਗਦੀ ਪਲੇਅਰ ਗਾਰਡਨ ਮਾਰਕੀਟ ਵਿੱਚ ਦਾਖਲ ਹੋ ਕੇ ਪੁੱਛ ਪਛਾ ਕੇ ਨਵਯੁਗ ਪ੍ਰੈਸ ਲੱਭਣ ਵਿੱਚ ਤਾਰੀ ਨੂੰ ਕੋਈ ਖਾਸ ਦਿੱਕਤ ਨਹੀਂ ਹੋਈ। ਅੰਦਰ ਵੜਦਿਆਂ ਸਾਹਮਣੇ ਮੇਜ਼ ਦੇ ਪਿੱਛੇ ਕੁਰਸੀ ਤੇ ਬੈਠੇ ਇੱਕ ਚਿੱਟੇ ਕੱਪੜੇ ਵਾਲੇ ਸਰਦਾਰ ਜੀ ਨਜ਼ਰ ਆਏ। ਉਹੀ ਪਾਪਾ ਪ੍ਰੀਤਮ ਜੀ ਸਨ। ਉਹਨਾਂ ਦੇ ਖੱਬੇ ਪਾਸੇ ਕੰਪੋਜ਼ਿੰਗ ਰੈਕ ਤੇ ਅੱਗੇ ਸਟੂਲ ਤੇ ਬੈਠੇ ਇੱਕ ਸਾਊ ਜਿਹੇ ਬੰਦੇ ਦੇ ਦਰਸ਼ਨ ਹੋਏ। ਇਹ ਗਿਆਨੀ ਜਸਵੰਤ ਸਿੰਘ ਜੀ ਸਨ। ਤਾਰੀ ਦੀ ਸਤਿ ਸ੍ਰੀ ਅਕਾਲ ਦਾ ਜਵਾਬ ਦੇਣ ਉਪਰੰਤ ਗਿਆਨੀ ਜੀ ਨੇ ਤਾਰੀ ਦੇ ਆਉਣ ਦਾ ਮਕਸਦ ਪੁੱਛਿਆ। ਮੈਂ ਪੰਜਾਬੀ ਦਾ ਕੰਪੋਜ਼ਿਟਰ ਹਾਂ ਤੇ ਕੰਮ ਦੀ ਤਲਾਸ਼ ਵਿੱਚ ਆਇਆ ਹਾਂ। ਗਿਆਨੀ ਜੀ ਕੰਮ ਵੀ ਕਰ ਰਹੇ ਸਨ ਤੇ ਸਵਾਲ ਪੁੱਛਦੇ ਇੰਟਰਵਿਊ ਵੀ ਕਰੀ ਜਾ ਰਹੇ ਸਨ। ਨੇੜੇ ਹੀ ਪਾਪਾ ਜੀ ਪ੍ਰੂਫ ਪੜ੍ਹ ਰਹੇ ਸਨ, ਪਰ ਕੰਨ ਉਹਨਾਂ ਦਾ ਗਿਆਨੀ ਜੀ ਤੇ ਆਏ ਅਜਨਬੀ ਦੀ ਵਾਰਤਾਲਾਪ ਵੱਲ ਸੀ। ਕੰਪੋਜ਼ਿੰਗ ਦਾ ਤੁਹਾਡਾ ਕਿੰਨਾ ਕੁ ਤਜਰਬਾ ਹੈ? ਗਿਆਨੀ ਜੀ ਦਾ ਪਹਿਲਾ ਸਵਾਲ ਸੀ। ਜੀ ਸਿਰਫ 3 ਸਾਲ। ਤਾਰੀ ਦਾ ਸੰਖੇਪ ਉੱਤਰ ਸੀ। ਇਸ ਤੋਂ ਪਹਿਲਾਂ ਕਿੱਥੇ ਕੰਮ ਕਰ ਚੁੱਕੇ ਹੋ? ਦੂਜਾ ਸਵਾਲ। ਜੀ 1 ਸਾਲ ਗੁਰਮਤ ਪ੍ਰੈਸ ਅੰਮ੍ਰਿਤਸਰ, 1 ਸਾਲ ਪੰਜਾਬੀ ਪੰਚ ਛੇਹਰਟਾ ਤੇ 1 ਸਾਲ ਆਸ਼ਾ ਪ੍ਰੈਸ ਜਲੰਧਰ ਵਿੱਚ। ਤਾਰੀ ਨੇ ਆਪਣੇ ਤਜਰਬੇ ਦਾ ਵਿਸਥਾਰ ਦੱਸਿਆ। ਗਲਤੀਆਂ ਚੰਗੀ ਤਰ੍ਹਾਂ ਲਾ ਕੇ ਪੇਜ ਮੇਕਅਪ ਕਰ ਲੈਂਦੇ ਹੋ? ਜੀ ਮੈਂ ਸਭ ਕੁਝ ਕਰ ਲੈਂਦਾ। ਆਸ਼ਾ ਪ੍ਰੈਸ ਵਿੱਚ ਮੈਂ ਫੋਰਮੈਨ ਸਾਂ। ਤਾਰੀ ਸੋਚ ਰਿਹਾ ਸੀ, ਹੋਰ ਪਤਾ ਨਹੀਂ ਕਿੰਨੇ ਕੁ ਸਵਾਲ ਕਰੇਗਾ ਇਹ ਗੁਰਮੁਖ। ਕਿੰਨੇ ਕੁ ਪੜ੍ਹੇ ਹੋ? ਮੈਟ੍ਰਿਕ ਤਾਂ ਪਾਸ ਕੀਤੀ ਹੀ ਹੋਵੇਗੀ ਨਾ? ਗਿਆਨੀ ਜੀ ਨੇ ਅਗਲਾ ਸਵਾਲ ਦੱਸ ਦਿੱਤਾ। ਨਹੀਂ ਜੀ, ਮੈਂ ਸਿਰਫ 4 ਜਮਾਤਾਂ ਵਾਲੀ ਪ੍ਰਾਇਮਰੀ ਪਾਸ ਹਾਂ। ਇਸ ਸਵਾਲ ਨੇ ਪੜ੍ਹਨ ਦੀ ਖੁਆਇਸ਼ ਰੱਖਣ ਵਾਲੀ ਤਾਰੀ ਨੂੰ ਇਸ ਵੇਲੇ ਥੋੜ੍ਹੀ ਹੀਨ ਭਾਵਨਾ ਨਾਲ ਭਰ ਦਿੱਤਾ। ਸਿਰਫ ਪ੍ਰਾਇਮਰੀ? ਗਿਆਨੀ ਜੀ ਇੰਜ ਹੈਰਾਨ ਹੋਏ ਜਿਵੇਂ ਅਚਾਨਕ ਕੋਈ ਸੂਈ ਚੁੱਭ ਗਈ ਹੋਵੇ। ਗਿਆਨੀ ਜੀ ਕੋਈ ਹੋਰ ਸਵਾਲ ਕਰਦੇ ਜਾਂ ਘੱਟ ਪੜ੍ਹਿਆ ਲਿਖਾ ਹੋਣ ਕਰਕੇ ਨਾ ਦਾ ਜਵਾਬ ਦਿੰਦੇ। ਪਾਪਾ ਜੀ ਵਿੱਚੋਂ ਹੀ ਬੋਲ ਪਏ, ਉਹ ਗਿਆਨੀ ਜੀ, ਮੁੰਡੇ ਨੂੰ ਗੱਲਾਂ ਬਾਤਾਂ ਨਾਲ ਹੀ ਟਰਕਾਈ ਜਾਓਗੇ ਕਿ ਵਿਚਾਰੇ ਨੂੰ ਚਾਹ ਸ਼ਾਹ ਵੀ ਪਿਆਓਗੇ? ਬੇਸ਼ੱਕ ਦਿੱਲੀ ਦੀ ਇਸ ਉੱਚ ਪਾਏ ਦੀ ਪ੍ਰੈਸ ਵਾਸਤੇ ਚੰਗੇ ਕੰਪੋਜ਼ਿਟਰ ਦੀ ਲੋੜ ਸੀ। ਗਿਆਨੀ ਜੀ ਆਪਣੀ ਜਗ੍ਹਾ ਦਰੁਸਤ ਸਨ, ਪਰ ਪਾਪਾ ਜੀ ਨੇ ਗੋਦੜੀ ਚੋਂ ਲਾਲ ਪਛਾਣ ਲਿਆ ਸੀ। ਚਾਹ ਪੀਂਦਿਆਂ ਤਾਰੀ ਦੂਸਰੇ ਕੰਪੋਜ਼ਿਟਰ ਨਾਲ ਗੱਲੀ ਲੱਗ ਗਿਆ ਤੇ ਉਧਰ ਪਾਪਾ ਜੀ ਨੇ ਗਿਆਨੀ ਜੀ ਦੇ ਕੰਨ ਵਿੱਚ ਕੁਝ ਕਿਹਾ। ਗਿਆਨੀ ਜੀ ਆਪਣੇ ਸਟੂਲ ਤੋਂ ਉੱਠ ਕੇ ਪਾਪਾ ਜੀ ਦੇ ਸਾਹਮਣੇ ਪਈ ਕੁਰਸੀ 'ਤੇ ਬੈਠ ਕੇ ਤੇ ਤਾਰੀ ਨੂੰ ਹੁਕਮ ਕੀਤਾ, ਲੈ ਵੀਰ ਓਏ, ਮੈਂ ਜ਼ਰਾ ਸਾਹ ਲੈ ਲਵਾਂ, ਤੂੰ ਮੇਰੀ ਮਦਦ ਕਰ। ਇੱਧਰ ਆ ਜਾ ਮੇਰੇ ਸਟੂਲ 'ਤੇ। ਸ਼ਾਬਾਸ਼। ਗਲਤੀਆਂ ਲਾ ਕੇ ਤੇ ਇਹਨਾਂ 6 ਸਫ਼ਿਆਂ ਨੂੰ ਡੋਰੀਆਂ ਬੰਨ੍ਹ ਦੇ। ਤਾਰੀ ਸਵੈ ਭਰੋਸੇ ਨਾਲ ਆਪਣੇ ਕੰਮ ਲੱਗ ਪਿਆ। ਪਾਪਾ ਜੀ ਤੇ ਗਿਆਨੀ ਜੀ ਭਾਵੇਂ ਆਪਸ ਵਿੱਚ ਗੱਲਾਂ ਕਰ ਰਹੇ ਸਨ, ਪਰ ਧਿਆਨ ਉਹਨਾਂ ਦਾ ਤਾਰੀ ਵੱਲ ਸੀ। ਪ੍ਰਾਇਮਰੀ ਪਾਸ ਤਾਰੀ ਦੀ ਆਪਣੇ ਕੰਮ ਵਿੱਚ ਸਫਾਈ, ਤੇਜ਼ੀ ਤੇ ਦਰੁਸਤੀ ਵੇਖ ਕੇ ਉਹ ਹੈਰਾਨ ਰਹਿ ਗਏ। ਤਾਰੀ ਮੁੱਢਲੇ ਇਮਤਿਹਾਨ ਤੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ। ਉਸ ਦਿਨ ਹੀ ਪਾਪਾ ਜੀ ਨੇ ਤਾਰੀ ਦੀ 90 ਰੁਪਏ ਮਹੀਨਾ ਤਨਖਾਹ ਨਿਸ਼ਚਿਤ ਕਰਦਿਆਂ ਕਿਹਾ, ਕਾਕਾ ਦਿਲ ਲਾ ਕੇ ਕੰਮ ਕਰੇਗਾ ਤਾਂ ਹੋਰ ਤਰੱਕੀ ਵੀ ਹੋ ਜਾਵੇਗੀ। 90 ਰੁਪਏ ਤਨਖਾਹ ਲੱਗਣ ਨਾਲ ਤਾਰੀ ਨੂੰ ਪੰਜਾਬੀ ਪੰਚ ਵਾਲਾ ਸਹਾਇਕ ਸੰਪਾਦਕ ਗੁਰਦਿੱਤ ਸਿੰਘ ਕੰਗ ਯਾਦ ਆ ਗਿਆ। ਤਾਰੀ ਦੀ ਰਿਹਾਇਸ਼ ਬਾਰੇ ਪੁੱਛ ਕੇ ਜਿੰਨਾ ਚਿਰ ਕੋਈ ਬੰਦੋਬਸਤ ਨਹੀਂ ਹੁੰਦਾ, ਪ੍ਰੈਸ ਵਿੱਚ ਹੀ ਰਾਤ ਰਹਿਣ ਲਈ ਕਹਿ ਦਿੱਤਾ। ਨੇੜੇ ਢਾਬੇ ਵਾਲੇ ਨੂੰ ਵੀ ਮੁੰਡੇ ਦੀ ਰੋਟੀ ਦੀ ਹਦਾਇਤ ਕਰ ਦਿੱਤੀ। ਪ੍ਰੈਸ ਵਿੱਚ ਰਹਿੰਦਿਆਂ ਪਾਪਾ ਜੀ ਦੀ ਉਦਾਰਤਾ ਤੇ ਇਨਸਾਨੀਅਤ ਉਦੋਂ ਪਤਾ ਲੱਗਾ ਜਦੋਂ ਤਾਰੀ ਅਤਰ ਚੰਦ ਕਪੂਰ ਦੀ ਪ੍ਰੈਸ ਵਿੱਚ ਕੰਮ ਕਰਦੇ ਲੇਖਕ ਅਤੇ ਪ੍ਰੂਫ ਰੀਡਰ ਪਿਆਰਾ ਸਿੰਘ ਸਹਿਰਾਈ ਨੂੰ ਮਿਲਿਆ, ਜੋ ਪੋਲੀਓ ਦੀ ਬਿਮਾਰੀ ਹੋਣ ਕਰਕੇ ਅਪੰਗ ਸੀ ਤੇ ਪਾਪਾ ਜੀ ਦੀ ਨਵਯੁਗ ਪ੍ਰੈਸ ਵਿੱਚ ਹੀ ਰਾਤ ਨੂੰ ਸੌਂਦਾ ਸੀ। ਉੱਥੇ ਰਹਿੰਦਿਆਂ ਸਹਿਰਾਈ ਸਾਹਿਬ ਨਾਲ ਤਾਰੀ ਦੀ ਬਹੁਤ ਨੇੜਤਾ ਹੋ ਗਈ। ਸਹਿਰਾਈ ਜੀ ਬਹੁਤ ਵੱਡੇ ਵਿਦਵਾਨ ਸਨ। ਪਾਪਾ ਜੀ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਸਨ। ਸਹਿਰਾਈ ਜੀ ਤੋਂ ਤਾਰੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਪ੍ਰੈਸ ਵਿੱਚ ਸੌਣ ਕਰਕੇ ਤਾਰੀ ਦੇ ਕਮਰੇ ਦੇ ਕਿਰਾਏ ਦੀ ਵੀ ਬੱਚਤ ਹੋ ਗਈ। ਹਰ ਮਹੀਨੇ ਬੀਬੀ ਨੂੰ ਵੀ ਮਨੀ ਆਰਡਰ ਭੇਜਣ ਲੱਗ ਪਿਆ। ਪਾਪਾ ਜੀ ਆਪਣੇ ਦੋਸਤ ਨੂੰ ਵੀ ਆਪਣੇ ਵਾਂਗ ਕਾਰੋਬਾਰ ਵਿੱਚ ਵਧਿਆ ਫੁੱਲਿਆ ਵੇਖਣਾ ਚਾਹੁੰਦੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਨਵਾਂ ਮੁੰਡਾ ਪ੍ਰੈਸ ਦਾ ਸਾਰਾ ਕੰਮ ਸੰਭਾਲਣ ਦੇ ਯੋਗ ਹੈ, ਤਾਂ ਪਾਪਾ ਜੀ ਦੇ ਜ਼ੋਰ ਦੇਣ ਤੇ ਉਤਸ਼ਾਹਿਤ ਕਰਨ ਕਰਕੇ ਗਿਆਨੀ ਜੀ ਨੇ ਲਾਜਪਤ ਰਾਏ ਮਾਰਕੀਟ ਵਿੱਚ ਜਨਤਕ ਪ੍ਰੈਸ ਦੇ ਨਾਂ ਹੇਠ ਆਪਣੀ ਪ੍ਰੈਸ ਚਾਲੂ ਕਰ ਲਈ ਤੇ ਗਿਆਨੀ ਜੀ ਤੋਂ ਬਾਅਦ
ਤਾਰੀ ਨੂੰ ਪਾਪਾ ਜੀ ਨੇ ਤਰੱਕੀ ਦੇ ਕੇ ਨਵਯੁਗ ਪ੍ਰੈਸ ਦਾ ਫੋਰਮੈਨ ਬਣਾ ਦਿੱਤਾ। ਤਾਰੀ ਨੂੰ ਨਵਯੁਗ ਪ੍ਰੈਸ ਵਿੱਚ ਲਗਨ ਨਾਲ ਕੰਮ ਕਰਦਿਆਂ ਵੇਖ ਪਾਪਾ ਜੀ ਖਾਸ ਮਿਹਰਬਾਨ ਹੋ ਗਏ। ਉਹ ਸੋਚਦੇ, ਇੰਨਾ ਸਮਝਦਾਰ ਮੁੰਡਾ ਪੜ੍ਹਾਈ ਤੋਂ ਕਿਵੇਂ ਵਾਂਝਾ ਰਹਿ ਗਿਆ। ਉਹਨਾਂ ਦੇ ਪਰਮ ਮਿੱਤਰ ਗਿਆਨੀ ਜਸਵੰਤ ਸਿੰਘ ਤੇ ਪਿਆਰਾ ਸਿੰਘ ਦਾਤਾ ਜੀ ਨੇ ਤਾਂ ਤਾਰੀ ਨੂੰ ਉੱਚੇ ਮੁਕਾਮ ਤੱਕ ਪਹੁੰਚਣ ਦਾ ਮੁੱਢ ਖਾਸ ਕਰਕੇ ਬੰਨਿਆ। ਉਹਨਾਂ ਦੀ ਵਿਸ਼ੇਸ਼ ਅਗਵਾਈ ਤੇ ਪ੍ਰੇਰਨਾ ਸਦਕਾ 13 ਸਾਲ ਦੇ ਵਕਫੇ ਬਾਅਦ ਤਾਰੀ ਨੇ ਸ਼ਾਮ ਦੀਆਂ ਕਲਾਸਾਂ ਵਿੱਚ ਪੜ੍ਹਾਈ ਸ਼ੁਰੂ ਕਰਕੇ 1954 ਵਿੱਚ ਗਿਆਨੀ ਪਾਸ ਕਰ ਲਈ। ਉਦੋਂ ਪ੍ਰਾਇਮਰੀ ਤੋਂ ਬਾਅਦ ਸਿੱਧਾ ਗਿਆਨੀ ਕਰਨ ਦੀ ਖੁੱਲ੍ਹ ਸੀ। ਨਾਲੇ ਅੰਮ੍ਰਿਤਸਰ ਰਹਿੰਦਿਆਂ ਭੂਆ ਦੇ ਪੁੱਤਰ ਨੂੰ ਲਾਹੌਰ ਪੜ੍ਹਦਿਆਂ ਵੇਖ ਪੜ੍ਹਨ ਦੀ ਦੱਬੀ ਖੁਆਇਸ਼ ਫਿਰ ਸਿਰ ਚੁੱਕ ਖਲੋਤੀ ਸੀ। ਗਿਆਨੀ ਪਾਸ ਕਰਨ ਤੋਂ ਬਾਅਦ ਹੀ ਪ੍ਰੋਫੈਸਰੀ ਦੀ ਸ਼ੁਰੂਆਤ ਹੋਈ। ਗਿਆਨੀ ਜੀ ਪੜ੍ਹਾਈ ਕਰਦਿਆਂ ਪੋਠੋ ਹਾਰਨ ਕੁੜੀ ਪਰਨੀਤ ਤਾਰੀ ਦਾ ਪਹਿਲਾ ਪਿਆਰ ਸੀ। ਆਖੇ ਜਿਉਂ ਜੰਮੇ ਬੋਦੀਓਂ ਲੰਮੇ। ਪੜ੍ਹਨ ਦੀ ਲਗਨ ਤਾਂ ਤਾਰੀ ਨੂੰ ਬਚਪਨ ਤੋਂ ਹੀ ਸੀ, ਪਰ ਇਹ ਲਗਨ ਪਰਿਵਾਰਕ ਮਜਬੂਰੀ ਦੇ ਬੋਝ ਥੱਲੇ ਦੱਬ ਕੇ ਰਹਿ ਗਈ। ਤਾਰੀ ਪ੍ਰਾਇਮਰੀ ਤੋਂ ਅੱਗੇ ਪੜ੍ਹ ਨਾ ਸਕਿਆ। ਖੇਡਣ ਮੱਲਣ ਦੇ ਦਿਨ ਹੀ ਮਰੂੰਡੇ ਗੱਚਕ ਤੇ ਭੁੱਜੇ ਛੋਲਿਆਂ ਦੀ ਟੋਕਰੀ ਸਿਰ ਤੇ ਆ ਗਈ। ਅੰਮ੍ਰਿਤਸਰ ਸ਼ਹਿਰ ਵਿੱਚ ਮੁੰਡੂ ਵਜੋਂ ਸਿਰਫ 2 ਵਕਤ ਦੀ ਰੋਟੀ ਤੇ ਜਾ ਲੱਗਾ। ਪ੍ਰੈਸ ਦੇ ਨੇੜੇ ਹੀ ਗੁਰਦੁਆਰਾ ਸੀਸਗੰਜ ਦੀ ਉੱਪਰਲੀ ਮੰਜ਼ਲ ਵਿੱਚ ਗਿਆਨੀ ਗੁਲਾਬ ਸਿੰਘ ਜੀ ਗਿਆਨੀ ਦੀਆਂ ਕਲਾਸਾਂ ਨੂੰ ਪੜ੍ਹਾਉਂਦੇ ਸਨ। ਤਾਰੀ ਦੇ ਮਿਹਰਬਾਨ ਪਿਆਰਾ ਸਿੰਘ ਦਾਤਾ ਜੀ ਨੇ ਸਿਫਾਰਿਸ਼ ਕਰਕੇ ਤਾਰੀ ਦੀ ਅੱਧੀ ਫੀਸ ਵੀ ਮੁਆਫ ਕਰਵਾ ਦਿੱਤੀ ਸੀ। ਕਲਾਸਾਂ ਸ਼ਾਮ ਦੀਆਂ ਸਨ। ਕੰਮ ਤੋਂ ਵਿਹਲੇ ਹੋ ਕੇ ਬੜੇ ਆਰਾਮ ਨਾਲ 8-10 ਮਿੰਟ ਵਿੱਚ ਕਲਾਸ ਵਿੱਚ ਪਹੁੰਚਿਆ ਜਾ ਸਕਦਾ ਸੀ। ਮੁੰਡੇ ਕੁੜੀਆਂ ਇਕੱਠੇ ਹੀ ਪੜ੍ਹਦੇ ਸਨ। ਉੱਥੇ ਹੀ ਕੁੜੀਆਂ ਵਿੱਚੋਂ ਸਭ ਤੋਂ ਸੋਹਣੀ ਪਰਨੀਤ ਨਾਂ ਦੀ ਪੋਠੋ ਹਾਰਨ ਕੁੜੀ ਨੇ ਵਿਸ਼ੇਸ਼ ਤੌਰ ਤੇ ਨੌਜਵਾਨ ਤਾਰੀ ਦਾ ਧਿਆਨ ਖਿੱਚਿਆ। ਇਤਫਾਕਨ ਇਹ ਖਿੱਚ ਦਵੱਲੀ ਸੀ, ਕਿਉਂਕਿ ਗੋਰਾ ਰੰਗ ਤੇ ਸੋਹਣੀ ਡੀਲ ਡੋਲ ਕਰਕੇ ਸਰਦਾਰ ਤਾਰੀ ਸਾਰੇ ਮੁੰਡਿਆਂ ਤੋਂ ਸੋਹਣਾ ਸੀ। ਵੈਸੇ ਵੀ ਪ੍ਰੈਸ ਵਿੱਚ ਕੰਮ ਕਰਨ ਕਰਕੇ ਵੱਡੇ ਵੱਡੇ ਲੇਖਕਾਂ ਨੂੰ ਮਿਲਦਾ ਹੋਣ ਕਰਕੇ ਮੁੰਡਿਆਂ ਵਿੱਚ ਪਹਿਲਾ ਸਥਾਨ ਰੱਖਦਾ ਸੀ। ਪਿਆਰ ਮੁਹੱਬਤ ਦੇ ਮਾਮਲੇ ਵਿੱਚ ਪਹਿਲਾਂ ਅੱਖਾਂ ਜ਼ਰੀਏ ਨਜ਼ਰਾਂ ਦਾ ਆਦਾਨ ਪ੍ਰਦਾਨ ਹੁੰਦਾ, ਫਿਰ ਗੱਲ ਅੱਗੇ ਤੁਰਦੀ ਹੈ। ਗਿਆਨੀ ਦੀ ਪੜ੍ਹਾਈ ਕਰਦਿਆਂ ਨਜ਼ਰਾਂ ਮਿਲਣ ਤੋਂ ਬਾਅਦ ਇੱਕ ਦੂਜੇ ਨੂੰ ਸਿਰ ਝੁਕਾ ਕੇ ਸਤਿਕਾਰ ਕਬੂਲਣਾ, ਕਾਪੀਆਂ ਵਿੱਚ ਰੁੱਕੇ ਰੱਖ ਕੇ ਕਾਪੀਆਂ ਵਟਾਉਣੀਆਂ ਲਗਾਤਾਰ ਚੱਲਦੇ ਸਿਲਸਿਲੇ ਕਰਕੇ ਤਾਰੀ ਤੇ ਪ੍ਰਨੀਤ ਜਿਵੇਂ ਜਿਵੇਂ ਇਮਤਿਹਾਨ ਨੇੜੇ ਆਉਂਦਾ ਗਿਆ ਉਵੇਂ ਹੀ ਇੱਕ ਦੂਜੇ ਦੇ ਨੇੜੇ ਆ ਗਏ। ਪਰ ਇਹ ਨੇੜਤਾ ਰੁਕਿਆਂ ਤੇ ਅੱਖਾਂ ਤੱਕ ਹੀ ਮਹਿਦੂਦ ਰਹੀ। ਖੁੱਲ੍ਹ ਕੇ ਗੱਲਬਾਤ ਕਰਨ ਦਾ ਮੌਕਾ ਹੀ ਨਾ ਮਿਲਿਆ। ਗਿਆਨੀ ਦੇ ਪੇਪਰਾਂ ਤੋਂ ਬਾਅਦ ਗਿਆਨੀ ਗੁਲਾਬ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਮੁਖਾਤਬ ਹੁੰਦਿਆਂ ਕਿਹਾ, ਜਿਸ ਦਿਨ ਅਖਬਾਰ ਵਿੱਚ ਰਿਜ਼ਲਟ ਆਵੇਗਾ ਉਸ ਦਿਨ ਸਾਰੇ ਵਿਦਿਆਰਥੀ ਇੱਥੇ ਆਉਣਗੇ। ਫਿਰ ਉਹਨਾਂ ਦੀ ਵਿਦਾਇਗੀ ਦੇ ਮੌਕੇ ਚਾਹ ਪਾਰਟੀ ਕੀਤੀ ਜਾਵੇਗੀ। ਜਿਸ ਦਿਨ ਰਿਜ਼ਲਟ ਆਇਆ ਉਸੇ ਸ਼ਾਮ ਕੁਝ ਵਿਦਿਆਰਥੀਆਂ ਨੂੰ ਛੱਡ ਕੇ ਪਾਸ ਵਿਦਿਆਰਥੀ ਗਿਆਨੀ ਕਾਲਜ ਪਹੁੰਚੇ ਸਨ। ਉਸ ਵਕਤ ਪਰਨੀਤ ਤੇ ਤਾਰੀ ਨੂੰ ਖੁੱਲ੍ਹ ਕੇ ਗੱਲਾਂ ਕਰਨ ਦਾ ਮੌਕਾ ਮਿਲਿਆ। ਗੱਲਾਂ ਬਾਤਾਂ ਕਰਦਿਆਂ ਤਾਰੀ ਨੂੰ ਪਰਨੀਤ ਨੇ ਦੱਸਿਆ ਕਿ ਉਸ ਦੀ ਰਿਹਾਇਸ਼ ਕਸ਼ਮੀਰੀ ਗੇਟ ਹੈ। ਉਸ ਦਾ ਪਰਿਵਾਰ 1947 ਵੇਲੇ ਪਾਕਿਸਤਾਨ ਤੋਂ ਉੱਜੜ ਕੇ ਆਇਆ ਸੀ। ਬੜੀ ਮੁਸ਼ਕਲ ਨਾਲ ਕਾਰੋਬਾਰ ਚੱਲਿਆ ਹੈ। ਤਾਰੀ ਨੇ ਦੱਸਿਆ ਕਿ ਉਹ ਪਾਕਿਸਤਾਨੋਂ ਉੱਜੜ ਕੇ ਤਾਂ ਨਹੀਂ ਆਇਆ, ਪਰ ਉਹ ਵੀ ਦਿੱਲੀ ਦਾ ਪੱਕਾ ਰਿਹਾਇਸ਼ੀ ਨਹੀਂ ਹੈ। ਉੱਜੜਿਆਂ ਵਾਂਗ ਹੀ ਅੰਮ੍ਰਿਤਸਰੋਂ ਆ ਕੇ ਪ੍ਰੈਸ ਵਿੱਚ ਫੋਰਮੈਨ ਹੈ। ਪ੍ਰੈਸ ਵਿੱਚ ਹੀ ਫਿਲਹਾਲ ਰਹਿ ਰਿਹਾ। ਜਦੋਂ ਕੋਈ ਕਿਫਾਇਤੀ ਕਮਰਾ ਮਿਲ ਗਿਆ ਉਦੋਂ ਉੱਥੇ ਚਲਾ ਜਾਵੇਗਾ। ਜਦੋਂ ਕਿਸੇ ਤੇ ਦਿਲ ਆ ਜਾਂਦਾ ਉਸ ਦਾ ਬੋਝਾ ਨਹੀਂ ਵੇਖਿਆ ਜਾਂਦਾ। ਸਿਰਫ ਦਿਲਾਂ ਦੇ ਬਾਹਰੀ ਦਰਵਾਜ਼ੇ, ਅੱਖਾਂ ਰਸਤੇ ਦਿਲ ਦੇ ਕਿਸੇ ਕੋਨੇ ਵਿੱਚ ਜਗ੍ਹਾ ਵੱਲ ਚੁੱਕੀ ਤਸਵੀਰ ਹੀ ਦਿਸਦੀ ਹੈ, ਹੋਰ ਕੁਝ ਵੀ ਨਜ਼ਰ ਨਹੀਂ ਪੈਂਦਾ। ਹੁਣ ਮਸਲਾ 2 ਜਵਾਨ ਦਿਲਾਂ ਦੇ ਇਕਾਂਤ ਵਿੱਚ ਬੈਠ ਕੇ ਖੁੱਲ੍ਹੀਆਂ ਗੱਲਾਂ ਬਾਤਾਂ ਕਰਨ ਦਾ ਸੀ। ਤਾਰੀ ਬਤੌਰ ਫੋਰਮੈਨ ਕੰਮ ਛੱਡ ਕੇ ਬਹੁਤਾ ਕਿਧਰੇ ਆ ਜਾ ਵੀ ਨਹੀਂ ਸਕਦਾ ਸੀ। ਮੰਗਲਵਾਰ ਪ੍ਰੈਸ ਵਿੱਚ ਕਰਮਚਾਰੀਆਂ ਨੂੰ ਹਫ਼ਤਾਵਾਰੀ ਛੁੱਟੀ ਹੁੰਦੀ ਸੀ, ਸੋ ਫੈਸਲਾ ਇਹ ਹੋਇਆ ਕਿ ਪਰਨੀਤ ਮਿੱਥੇ ਸਮੇਂ ਅਨੁਸਾਰ ਮੰਗਲਵਾਰ ਪਹੁੰਚ ਜਾਇਆ ਕਰੇਗੀ ਤੇ ਅਗਲਾ ਪ੍ਰੋਗਰਾਮ ਮਿਲਣ ਤੇ ਤੈਅ ਕਰ ਲਿਆ ਜਾਇਆ ਕਰੇਗਾ। ਇਸ ਤਰ੍ਹਾਂ ਤਾਰੀ ਤੇ ਪਰਨੀਤ ਦੀਆਂ ਮਿਲਣੀਆਂ ਦਾ ਸਿਲਸਿਲਾ ਵਧਣ ਲੱਗਾ। ਦਿੱਲੀ ਵਰਗੇ ਮਹਾਨਗਰ ਵਿੱਚ ਕਿਸੇ ਨੂੰ ਕੋਈ ਮਤਲਬ ਨਹੀਂ ਕਿ ਕੌਣ ਕਿਹਦਾ ਫੁੱਫੜ ਤੇ ਕਿਹੜੀ ਕਿਸੇ ਦੀ ਭੂਆ ਹੈ। ਪਰਨੀਤ ਲਗਭਗ ਹਰ ਮੰਗਲਵਾਰ ਤਾਰੀ ਕੋਲ ਪਹੁੰਚ ਜਾਂਦੀ ਤੇ ਉਹ ਵੀ ਅੱਗੋਂ ਤਿਆਰ ਮਿਲਦਾ। ਕਿਸੇ ਰੈਸਟੋਰੈਂਟ ਦਾ ਵੱਖਰਾ ਕੈਬਿਨ, ਰਾਜਘਾਟ ਦੇ ਅੰਦਰ ਖੁੱਲ੍ਹੀ ਨਿਵੇਕਲੀ ਥਾਂ ਤੇ ਫਿਰੋਜ਼ ਸ਼ਾਹ ਕੋਟਲਾ ਮੈਦਾਨ ਨੇੜੇ ਪੁਰਾਤਤਵ ਵਿਭਾਗ ਅਧੀਨ ਕਿਸੇ ਪੁਰਾਣੀ ਇਮਾਰਤ ਦੇ ਖੰਡਰਾਤ ਤਾਰੀ ਵਰਗੇ ਪ੍ਰੇਮੀਆਂ ਦੇ ਮਿਲਣ ਦੀਆਂ ਥਾਵਾਂ ਸਨ। ਮਹੀਨੇ ਵਿੱਚ ਇੱਕ ਅੱਧੀ ਵਾਰ ਤਾਰੀ ਕਿਸੇ ਸਿਨੇਮੇ ਵਿੱਚ ਦੁਪਹਿਰ ਦੇ ਸ਼ੋਅ ਦੀਆਂ 2 ਟਿਕਟਾਂ ਗੈਲਰੀ ਦੀਆਂ ਬਿਲਕੁਲ ਇੱਕ ਪਾਸੇ ਦੀਆਂ ਬੁੱਕ ਕਰਵਾ ਲੈਂਦਾ। ਦੁਨੀਆ ਤੇ ਕਿਸੇ ਅਗਲੇ ਪ੍ਰੋਗਰਾਮ ਤੋਂ ਬੇਖਬਰ ਤਾਰੀ ਤੇ ਪਰਨੀਤ ਦੇ ਪਿਆਰ ਦੀ ਪਤੰਗ ਇਸ਼ਕ ਦੇ ਅਸਮਾਨ ਦੀਆਂ ਉਚਾਈਆਂ ਨੱਪਣ ਲੱਗ ਪਈ। ਇੱਕ ਦਿਨ ਪਰਨੀਤ ਨੇ ਤਾਰੀ ਨੂੰ ਦੱਸਿਆ ਕਿ ਹੋਰਨਾਂ ਥਾਵਾਂ ਤੋਂ ਇਲਾਵਾ ਅਸੀਂ ਮੇਰੀ ਹਮਰਾਜ਼ ਤੇ ਗੂੜੀ ਸਹੇਲੀ ਹਰਜੀਤ ਦੇ ਘਰ ਵੀ ਮਿਲ ਸਕਦੇ ਹਾਂ, ਕਿਉਂਕਿ ਉਸਦੇ ਮਾਤਾ ਪਿਤਾ ਨੌਕਰੀ ਤੇ ਚਲੇ ਜਾਂਦੇ ਨੇ ਤੇ ਭਰਾ ਦੇ ਸਕੂਲ ਆਉਣ ਤੋਂ ਬਾਅਦ ਉਹ ਘਰ ਵਿੱਚ ਇਕੱਲੀ ਹੀ ਹੁੰਦੀ ਹੈ। ਹਰਜੀਤ ਦਾ ਘਰ ਵੀ ਇੱਕ ਤਰ੍ਹਾਂ 2 ਪ੍ਰੇਮੀਆਂ ਦੀ ਠਾਰ ਬਣ ਗਿਆ। ਹਰਜੀਤ ਤਾਰੀ ਨੂੰ ਵੀਰ ਜੀ ਕਹਿ ਕੇ ਬੁਲਾਉਣ ਲੱਗ ਪਈ। ਪਰਨੀਤ ਇੰਨੀ ਭੋਲੀ ਸੀ ਕਿ ਉਸਨੇ ਆਪਣੇ ਭੁੱਖ ਲਈ ਕਦੀ ਵੀ ਤਾਰੀ ਨੂੰ ਕਿਹਾ ਨਹੀਂ ਸੀ। ਬੇਫਿਕਰੀ ਸ਼ਾਇਦ ਇਸ ਲਈ ਵੀ ਆ ਜਾਂਦੀ ਸੀ ਕਿ ਜਵਾਨ ਹੁੰਦਿਆਂ ਵੀ ਤਾਰੀ ਨੇ ਕਦੀ ਪਰਨੀਤ ਦਾ ਹੱਥਾਂ ਵਿੱਚ ਲੈ ਕੇ ਗੱਲਾਂ ਬਾਤਾਂ ਕਰਨ ਤੋਂ ਇਲਾਵਾ ਅੱਗੇ ਵਧਣ ਦੀ ਕੋਈ ਗਲਤ ਹਰਕਤ ਵੀ ਨਹੀਂ ਕੀਤੀ ਸੀ। ਇਹ ਸ਼ਾਇਦ ਚੰਗੇ ਲੇਖਕਾਂ ਦੀਆਂ ਕਿਤਾਬਾਂ ਪੜ੍ਹਨ ਕਰਕੇ ਵੀ ਸੀ।
ਉਹ ਵੀ ਇੱਕ ਚੰਗੇ ਕਿਰਦਾਰ ਦਾ ਪਾਤਰ ਬਣਨਾ ਚਾਹੁੰਦਾ ਸੀ। ਲਗਾਤਾਰ ਹਰਜੀਤ ਦੇ ਘਰ ਮਿਲਣੀਆਂ ਤੋਂ ਬਾਅਦ ਉਸਨੇ ਹੀ ਇੱਕ ਦਿਨ ਤਾਰੀ ਨੂੰ ਕਿਹਾ, ਵੀਰ ਜੀ, ਤੁਸੀਂ ਪਰਨੀਤ ਨੂੰ ਟਾਈਮ ਪਾਸ ਕਰਨ ਵਾਸਤੇ ਮਿਲਦੇ ਹੋ ਜਾਂ ਦਿਲੋਂ ਵੀ ਚਾਹੁੰਦੇ ਹੋ? ਉਸ ਦਾ ਭਾਵ ਸੀ ਕਿ ਅਜਿਹਾ ਪਿਆਰ ਸ਼ਾਦੀ ਵਿੱਚ ਹੀ ਸੰਪੂਰਨ ਹੁੰਦਾ ਹੈ। ਉਸ ਦਿਨ ਤਾਰੀ ਨੇ ਖੁੱਲ੍ਹ ਕੇ ਸਪਸ਼ਟ ਜਵਾਬ ਦਿੱਤਾ, ਭੈਣੇ ਮੇਰੀਏ, ਸਾਡਾ ਵਿਆਹ ਨਹੀਂ ਹੋ ਸਕਦਾ। ਤਾਰੀ ਨੇ ਆਪਣੀ ਆਰਥਿਕਤਾ, ਮੁੱਢਲੀ ਵਿਦਿਅਕ ਯੋਗਤਾ ਤੇ ਪਰਿਵਾਰ ਬਾਰੇ ਵੀ ਸਪਸ਼ਟ ਦੱਸਿਆ। ਮੈਂ ਇਸ ਵਕਤ 100 ਰੁਪਏ ਮਹੀਨਾ ਹੀ ਕਮਾਉਂਦਾ, ਮੈਟ੍ਰਿਕ ਕਰ ਰਿਹਾ, ਉੱਚੀ ਪੜ੍ਹਾਈ ਕਰਕੇ ਕੋਈ ਸਰਕਾਰੀ ਪੱਕੀ ਨੌਕਰੀ ਲੱਗਣ ਤੋਂ ਪਹਿਲਾਂ ਮੈਂ ਵਿਆਹ ਨਹੀਂ ਕਰਵਾਉਣਾ। ਰਹੀ ਗੱਲ ਪਿਆਰ ਦੀ, ਮੈਂ ਪਰਨੀਤ ਨੂੰ ਦਿਲੋਂ ਪਿਆਰ ਕਰਦਾ। ਨੌਕਰੀ ਲੱਗਣ ਤੱਕ ਜੇ 5-6 ਸਾਲ ਇੰਤਜ਼ਾਰ ਕਰ ਸਕਦੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਹਾਂ, ਮੈਂ ਅੱਜ ਤੱਕ ਪਰਨੀਤ ਨਾਲ ਕੋਈ ਵੀ ਕੋਝੀ ਹਰਕਤ ਨਹੀਂ ਕੀਤੀ ਤੇ ਕਦੀ ਵੀ ਵਿਆਹ ਤੋਂ ਪਹਿਲਾਂ ਔਰਤ ਮਰਦ ਦੇ ਜਿਸਮਾਨੀ ਸੰਬੰਧ ਬਣਾਉਣ ਲਈ ਮਜਬੂਰ ਨਹੀਂ ਕਰਾਂਗਾ। ਤਾਰੀ ਦੀਆਂ ਸਾਫ਼ ਗੱਲਾਂ ਸੁਣ ਕੇ ਦੋਵਾਂ ਸਹੇਲੀਆਂ ਦੇ ਮੂੰਹ ਅੱਡੇ ਰਹਿ ਗਏ। ਹਰਜੀਤ ਬੋਲੀ, ਵੀਰ ਜੀ, ਜਵਾਨ ਕੁੜੀਆਂ ਦੇ ਮਾਪੇ ਇੰਨਾ ਲੰਮਾ ਸਮਾਂ ਇੰਤਜ਼ਾਰ ਨਹੀਂ ਕਰ ਸਕਦੇ। ਬਿਹਤਰ ਇਹ ਹੈ ਕਿ ਤੁਸੀਂ ਹੌਲੀ-ਹੌਲੀ ਇੱਕ ਦੂਜੇ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰੋ। ਹਰਜੀਤ ਦੀ ਸਲਾਹ ਨੇ ਪਰਨੀਤ ਨੂੰ ਧੁਰ ਅੰਦਰ ਤਾਈਂ ਝੰਜੋੜ ਦਿੱਤਾ। ਤਾਰੀ ਲਈ ਵੀ ਇਹ ਬਹੁਤ ਮੁਸ਼ਕਲ ਸੀ। ਅਲੜ ਜਜ਼ਬਾਤ ਬੇਮੁਹਾਰੇ ਹੁੰਦੇ ਨੇ। ਕੋਸ਼ਿਸ਼ ਕਰਨ ਦੇ ਬਾਵਜੂਦ ਪਰਨੀਤ ਆਪਣੇ ਆਪ ਨੂੰ ਤਾਰੀ ਦੇ ਕੋਲ ਆਉਣੋਂ ਰੋਕ ਨਾ ਸਕਦੀ। ਪਰ ਇਸ ਮਿਲਾਪ ਦੀ ਜਗ੍ਹਾ ਹਰਜੀਤ ਦੇ ਕਹੇ ਅਨੁਸਾਰ ਉਸ ਦੇ ਘਰ ਹੀ ਹੁੰਦੀ, ਜਿਸ ਕਰਕੇ ਹਰਜੀਤ ਦੀਆਂ ਨਜ਼ਰਾਂ ਵਿੱਚ ਤਾਰੀ ਦਾ ਮਾਣ ਸਤਿਕਾਰ ਹੋਰ ਵੀ ਵੱਧ ਗਿਆ। ਉਹਨਾਂ ਵੇਲਿਆਂ ਵਿੱਚ ਛੇਤੀ ਮੇਲ ਮਿਲਾਪ ਦਾ ਸਾਧਨ ਸਿਰਫ ਲੈਂਡਲਾਈਨ ਫੋਨ ਹੁੰਦੇ ਸਨ। ਪਰਨੀਤ ਦੇ ਆਉਣ ਤੋਂ ਬਾਅਦ ਹੀ ਤਾਰੀ ਉਸ ਨਾਲ ਹਰਜੀਤ ਦੇ ਘਰ ਜਾਂਦਾ ਸੀ ਤੇ ਆਪ ਉਚੇਚਾ ਕਦੇ ਨਹੀਂ ਜਾਂਦਾ ਸੀ। ਪਰਨੀਤ ਆਈ ਨੂੰ ਵੀ ਕਾਫੀ ਚਿਰ ਹੋ ਗਿਆ। ਤਾਰੀ ਮਿਲਣ ਲਈ ਤਰਲੋ ਮੱਛੀ ਹੋਣ ਲੱਗਾ, ਖਾਸ ਕਰਕੇ ਪਰਨੀਤ ਦੇ ਨਾਂ ਆਉਣ ਦੀ ਵਜ੍ਹਾ ਕਰਕੇ। ਅਚਾਨਕ ਇੱਕ ਦਿਨ ਪ੍ਰੈਸ ਵਿੱਚ ਕੰਮ ਕਰਦਿਆਂ ਇੱਕ ਕਰਮਚਾਰੀ ਨੇ ਆ ਕੇ ਕਿਹਾ, ਫੋਰਮੈਨ ਜੀ, ਬਾਹਰ ਤੁਹਾਨੂੰ ਕੋਈ ਕੁੜੀ ਬੁਲਾ ਰਹੀ ਹੈ। ਤਾਰੀ ਦਾ ਧਿਆਨ ਇੱਕਦਮ ਪਰਨੀਤ ਵੱਲ ਗਿਆ, ਪਰ ਉਹ ਤਾਂ ਮੰਗਲਵਾਰ ਹੀ ਆਉਂਦੀ ਹੁੰਦੀ ਸੀ। ਹਰਜੀਤ ਨੂੰ ਵੇਖ ਕੇ ਇੱਕ ਪਲ ਤੱਕ ਕਿਸੇ ਤੌਖਲੇ ਤਹਿਤ ਤਾਰੀ ਦਾ ਦਿਲ ਜ਼ੋਰ ਨਾਲ ਧੜਕਿਆ, ਪਰ ਹਰਜੀਤ ਦੀ ਖਿੜੇ ਮੱਥੇ ਬੁਲਾਈ ਵੀਰ ਜੀ ਸਤਿ ਸ੍ਰੀ ਅਕਾਲ ਸੁਣ ਕੇ ਕੁਝ ਰਾਹਤ ਹੋਈ। ਤਾਰੀ ਨੇ ਵੀ ਸਤਿਕਾਰ ਨਾਲ ਭੈਣ ਜੀ ਸਤਿ ਸ੍ਰੀ ਅਕਾਲ ਆਖਦਿਆਂ ਕਿਹਾ, ਆਓ ਉਹ ਸਾਹਮਣੇ ਚਾਹ ਵਾਲੀ ਦੁਕਾਨ ਤੇ ਚੱਲਦੇ ਹਾਂ। ਚਾਹ ਪਾਣੀ ਦੀ ਸੁਲਾਹ ਤਾਰੀ ਦਾ ਫਰਜ਼ ਵੀ ਸੀ, ਪਰ ਹਰਜੀਤ ਨੇ ਨਾ ਕਰਦਿਆਂ ਕਿਹਾ, ਵੀਰ ਜੀ, ਮੈਂ ਤੁਹਾਨੂੰ ਸੁਨੇਹਾ ਦੇ ਕੇ ਮੁੜ ਜਾਣਾ। ਪਰਨੀਤ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ। ਤੁਸੀਂ ਇਸ ਮੰਗਲਵਾਰ ਸੀਸਗੰਜ ਗੁਰਦੁਆਰੇ ਇੱਕ ਦੂਜੇ ਨੂੰ ਮਿਲ ਲਓ, ਕਿਉਂਕਿ ਉਸ ਤੋਂ ਬਾਅਦ ਪਰਨੀਤ ਦੂਜੇ ਦੀ ਇਮਾਨਤ ਹੋਣ ਵਾਲੀ ਹੈ। ਉਸ ਦੀ ਮੰਗਣੀ ਹੋ ਜਾਵੇਗੀ। ਹਰਜੀਤ ਦੇ ਆਖਰੀ ਬੋਲਾਂ ਤੱਕ ਤਾਰੀ ਇੰਜ ਲੱਗ ਰਿਹਾ ਸੀ ਜਿਵੇਂ ਉਹ ਕੋਈ ਬੁੱਤ ਹੋਵੇ। ਚੰਗਾ ਵੀਰ ਜੀ, ਅਸੀਂ ਜਲਦੀ ਗੁਰਦੁਆਰਾ ਸਾਹਿਬ ਪਹੁੰਚ ਜਾਵਾਂਗੀਆਂ। ਹੁਣ ਮੈਂ ਜਾਂਦੀ ਹਾਂ। ਕਹਿ ਕੇ ਤੁਰਦੀ ਹਰਜੀਤ ਨੂੰ ਦੁਬਾਰਾ ਚਾਹ ਦੀ ਸੁਲਾ ਮਾਰਨਾ ਵੀ ਤਾਰੀ ਭੁੱਲ ਗਿਆ, ਜਿਵੇਂ ਉਸਨੇ ਕੁਝ ਸੁਣਿਆ ਹੀ ਨਾ ਹੋਵੇ। ਹਰਜੀਤ ਤੁਰ ਗਈ, ਪਰ ਤਾਰੀ ਦੀਆਂ ਯਾਦਾਂ ਦੇ ਨਿਰਮਲ ਪਾਣੀਆਂ ਵਿੱਚ ਵਿਛੋੜੇ ਦਾ ਖਿੰਗਰ ਸੁੱਟ ਗਈ। ਬੜੀ ਮੁਸ਼ਕਲ ਨਾਲ ਮੰਗਲਵਾਰ ਆਇਆ। ਤਾਰੀ ਗੁਰਦੁਆਰਾ ਸਾਹਿਬ ਪਹੁੰਚ ਗਿਆ। ਕੁਝ ਹੀ ਦੇਰ ਬਾਅਦ ਦੋਵੇਂ ਸਹੇਲੀਆਂ ਵੀ ਪਹੁੰਚ ਗਈਆਂ। ਉਸ ਵੇਲੇ ਆਖਰੀ ਵਿਛੋੜੇ ਦੇ ਪਲ ਯਾਦ ਕਰਦਾ ਪ੍ਰੋਫੈਸਰ ਕਰਤਾਰ ਸਿੰਘ ਤਿਆਗੀ 86ਵੇਂ ਸਾਲ ਵਿੱਚ ਵੀ ਭਾਵੁਕ ਹੋ ਜਾਂਦਾ ਹੈ। ਪਰਨੀਤ ਦੀਆਂ ਵਿਛੜਨ ਲੱਗਿਆਂ ਡਬਡਬਾਈਆਂ ਅੱਖਾਂ ਅੱਜ ਵੀ ਨਹੀਂ ਭੁੱਲਦੀਆਂ। ਇਸ ਮੁਹੱਬਤ ਵਿੱਚ ਦੋਹਾਂ ਧਿਰਾਂ ਨੂੰ ਕੋਈ ਗਿਲਾ ਸ਼ਿਕਵਾ ਵੀ ਨਹੀਂ ਸੀ, ਕਿਉਂਕਿ ਦੋਵੇਂ ਧਿਰਾਂ ਇੱਕ ਦੂਜੇ ਦੀ ਮਜਬੂਰੀ ਸਮਝਦੀਆਂ ਸਨ। ਪਹਿਲਾ ਪਿਆਰ ਕੋਈ ਵੀ ਭੁਲਾ ਨਹੀਂ ਸਕਦਾ। ਹੋਇਆ ਇੰਜ ਕਿ ਦਿੱਲੀ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਕਾਲਜ ਵਿੱਚ ਪ੍ਰੋਫੈਸਰ ਰਾਮ ਸਿੰਘ ਸ਼ਾਮ ਦੀਆਂ ਕਲਾਸਾਂ ਨੂੰ MA ਪੰਜਾਬੀ ਪੜ੍ਹਾਇਆ ਕਰਦੇ ਸਨ। ਉਹਨਾਂ ਦੀ ਇੱਕ ਕਿਤਾਬ ਨਵਯੁਗ ਪ੍ਰੈਸ ਵਿੱਚ ਛਪ ਰਹੀ ਸੀ, ਜਿਸ ਦਾ ਨਾਂ ਕਸ਼ਮੀਰ ਤੇ ਕੁੱਲੂ ਸੀ। ਉਸ ਦੇ ਪ੍ਰੂਫ ਲੈ ਕੇ ਤਾਰੀ ਉਹਨਾਂ ਕੋਲ ਜਾਇਆ ਕਰਦਾ ਸੀ। ਇੱਕ ਦਿਨ ਸ਼ਾਮ ਵੇਲੇ ਜਦੋਂ ਤਾਰੀ ਪ੍ਰੋਫੈਸਰ ਰਾਮ ਸਿੰਘ ਕੋਲ ਕਿਤਾਬ ਦੇ ਪ੍ਰੂਫ ਲੈ ਕੇ ਗਿਆ ਤਾਂ ਕਲਾਸ ਵਿੱਚ ਪੜ੍ਹਾ ਰਹੇ ਸਨ। ਉਸਨੇ ਕਲਾਸ ਦੇ ਚੱਲਦਿਆਂ ਉਹਨਾਂ ਨੂੰ ਬੁਲਾਉਣਾ ਵਾਜਬ ਨਾ ਸਮਝਿਆ ਤੇ ਦਰਵਾਜ਼ੇ ਨੇੜੇ ਖਲੋ ਕੇ ਉਹਨਾਂ ਦਾ ਲੈਕਚਰ ਸੁਣਨ ਲੱਗਾ। ਪ੍ਰੋਫੈਸਰ ਸਾਹਿਬ ਜਸਵੰਤ ਸਿੰਘ ਕਮਲ ਦੇ ਇੱਕ ਨਾਵਲ ਵਿਚਲੇ ਇੱਕ ਪਾਤਰ ਦੇ ਸੁਭਾਅ ਬਾਰੇ ਦੱਸ ਰਹੇ ਸਨ। ਤਾਰੀ ਦਿਲਚਸਪੀ ਨਾਲ ਸੁਣਦਾ ਰਿਹਾ। ਜਦੋਂ ਉਹਨਾਂ ਆਪਣੀ ਗੱਲ ਖਤਮ ਕੀਤੀ ਤਾਂ ਤਾਰੀ ਦੇ ਮਨ ਵਿੱਚ ਆਇਆ ਕਿ ਇਹ ਕੰਮ ਤਾਂ ਮੈਂ ਵੀ ਕਰ ਸਕਦਾ, ਸਗੋਂ ਕਿ ਜੇ ਮੈਨੂੰ ਮੌਕਾ ਦਿੱਤਾ ਜਾਵੇ ਤਾਂ ਮੈਂ ਇਸ ਪਾਤਰ ਦੇ ਸੁਭਾਅ ਬਾਰੇ ਬਿਹਤਰ ਢੰਗ ਨਾਲ ਰੋਸ਼ਨੀ ਪਾ ਸਕਦਾ। ਪ੍ਰੈਸ ਵਿੱਚ ਜਸਵੰਤ ਸਿੰਘ ਕਮਲ ਦੇ ਨਾਵਲ ਵੀ ਛਪਦੇ ਰਹਿੰਦੇ ਸਨ ਤੇ ਇਹ ਨਾਵਲ ਤਾਰੀ ਨੇ ਪੜ੍ਹਿਆ ਹੋਇਆ ਸੀ। ਤਾਰੀ ਨੇ ਵਾਪਸ ਆ ਕੇ ਪਿਆਰਾ ਸਿੰਘ ਸਹਿਰਾਈ ਨਾਲ ਗੱਲ ਕੀਤੀ। ਮੈਂ ਪ੍ਰੋਫੈਸਰ ਬਣਨਾ ਚਾਹੁੰਦਾ। ਸਹਿਰਾਈ ਹੱਸਦਿਆਂ ਠੇਠ ਮਲਵਈ ਬੋਲੀ ਵਿੱਚ ਬੋਲਿਆ, ਹੋ ਸਾਲਿਆ, ਤੈਂ ਅਜੇ ਤਾਂ ਮੈਟ੍ਰਿਕ ਵੀ ਪਾਸ ਨਹੀਂ ਕੀਤੀ, ਮਸਾਂ ਗਿਆਨੀ ਪਾਸ ਕੀਤੀ ਹੈ, ਪ੍ਰੋਫੈਸਰ ਕਿਵੇਂ ਬਣੇਗਾ? ਤਾਰੀ ਦਾ ਪ੍ਰੋਫੈਸਰ ਬਣਨ ਦਾ ਸੁਪਨਾ ਵੀ ਉਹਨਾਂ ਹੀ ਸਾਕਾਰ ਕਰਵਾਇਆ। ਗਿਆਨੀ ਉਹ ਕਰ ਚੁੱਕਾ ਸੀ।
23 ਸਾਲ ਦੀ ਉਮਰੇ ਉਸਨੇ ABC ਤੋਂ ਮੈਟ੍ਰਿਕ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਦਿਲਚਸਪ ਗੱਲ ਇਹ ਸੀ ਕਿ ਕਲਾਸ ਵਿੱਚ ਕਈ ਵਿਦਿਆਰਥੀ 8ਵੀਂ 9ਵੀਂ ਜਾਂ 10ਵੀਂ ਮੈਟ੍ਰਿਕ ਫੇਲ ਸਨ। ਸਿਰਫ ਤਾਰੀ ਹੀ ਪ੍ਰਾਇਮਰੀ ਪਾਸ ਸੀ। ਇਸ ਲਈ ਉਸਦੀ ਪੜ੍ਹਾਈ ABC ਤੋਂ ਸ਼ੁਰੂ ਹੋਈ। ਫਿਰ FA ਅੰਗਰੇਜ਼ੀ, BA ਅੰਗਰੇਜ਼ੀ ਤੇ BA ਫਿਲਾਸਫੀ ਨਾਲ ਮੁਕੰਮਲ BA ਕਰ ਲਈ। ਜਦੋਂ ਤਾਰੀ ਨੇ ਗਿਆਨੀ ਪਾਸ ਕੀਤੀ ਸੀ ਉਦੋਂ ਤੱਕ ਉਹ ਪ੍ਰੈਸ ਵਿੱਚ ਹੀ ਸੌਂਦਾ ਸੀ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਸ਼ਾਮ ਦੀ ਕਲਾਸ ਵਿੱਚ ਜਾਂਦਾ ਸੀ। ਮੈਟ੍ਰਿਕ ਦੀ ਪੜ੍ਹਾਈ ਸ਼ੁਰੂ ਕਰਨ ਤੋਂ ਬਾਅਦ ਉਸਨੇ ਮਹਿਸੂਸ ਕੀਤਾ ਕਿ ਉਹਨੂੰ ਪੜ੍ਹਾਈ ਵਿੱਚ ਵਿਘਨ ਪੈਂਦਾ ਹੈ। ਇਸ ਲਈ ਮੈਟ੍ਰਿਕ ਦੀ ਪੜ੍ਹਾਈ ਤੋਂ ਲੈ ਕੇ BA ਤੱਕ ਦੀ ਪੜ੍ਹਾਈ ਤਾਰੀ ਨੂੰ ਜਮਨਾ ਪਾਰ, ਕ੍ਰਿਸ਼ਨਾ ਨਗਰ ਤੋਂ ਇਲਾਵਾ ਕਈ ਜਗ੍ਹਾ ਕਿਰਾਏ ਦੇ ਕਮਰਿਆਂ ਵਿੱਚ ਰਹਿ ਕੇ ਪੂਰੀ ਕਰਨੀ ਪਈ। ਇਸ ਲਈ ਕਿਸੇ ਵਾਕਫਕਾਰ ਜ਼ਰੀਏ ਜਮਨਾ ਪਾਰ ਕ੍ਰਿਸ਼ਨਾ ਨਗਰ ਵਿੱਚ ਇੱਕ ਕਮਰਾ 15 ਰੁਪਏ ਮਹੀਨਾ ਕਿਰਾਏ ਤੇ ਲੈ ਕੇ ਰਹਿਣ ਲੱਗ ਪਿਆ ਤੇ ਸ਼ਾਮ ਨੂੰ ਚੱਲਣ ਵਾਲੀਆਂ ਵੱਖ-ਵੱਖ ਅਕੈਡਮੀਆਂ ਵਿੱਚ ਪੜ੍ਹਦਾ ਹੋਇਆ ਸਾਲੋ ਸਾਲ ਮੰਜ਼ਲਾਂ ਸਰ ਕਰਦਾ ਵਿੱਦਿਆ ਦੀਆਂ ਪੌੜੀਆਂ ਚੜ੍ਹਦਾ ਗਿਆ। MA ਪੰਜਾਬੀ ਕਰਨ ਵਾਸਤੇ ਰੈਗੂਲਰ ਕਲਾਸਾਂ ਵਿੱਚ ਜਾਣਾ ਪੈਂਦਾ ਸੀ। 1959 ਵਿੱਚ ਪੰਜਾਬ ਯੂਨੀਵਰਸਿਟੀ ਦਾ ਕੈਂਪ ਕਾਲਜ ਬੰਦ ਹੋ ਗਿਆ ਤੇ ਦਿੱਲੀ ਯੂਨੀਵਰਸਿਟੀ ਨੇ ਸ਼ਾਮ ਦੀਆਂ ਕਲਾਸਾਂ ਸ਼ੁਰੂ ਕਰ ਦਿੱਤੀਆਂ। ਇੱਥੇ ਉਸਨੇ MA ਪੰਜਾਬੀ ਵਿੱਚ ਦਾਖਲਾ ਲੈ ਲਿਆ। MA ਕਰਦਿਆਂ ਡਾਕਟਰ ਸੁਰਿੰਦਰ ਸਿੰਘ ਕੋਹਲੀ, ਡਾਕਟਰ ਕਾਲਾ ਸਿੰਘ ਬੇਦੀ, ਪ੍ਰੋਫੈਸਰ ਹਰਚਰਨ ਸਿੰਘ ਨਾਟਕਕਾਰ, ਪ੍ਰੋਫੈਸਰ ਵਣਜਾਰਾ ਬੇਦੀ, ਪ੍ਰੋਫੈਸਰ SS ਉੱਪਲ ਤੇ ਜੋਗਿੰਦਰ ਸਿੰਘ ਸੋਢੀ ਵਰਗੇ ਵਿਦਵਾਨਾਂ ਤੋਂ ਪੜ੍ਹਨ ਦਾ ਮੌਕਾ ਮਿਲਿਆ। IC ਨੰਦਾ ਦੇ ਜਾਨਸ਼ੀਨ ਪ੍ਰੋਫੈਸਰ ਗੁਰਚਰਨ ਸਿੰਘ ਨੇ ਪੰਜਾਬੀ ਨਾਟਕ ਦੀਆਂ ਬਰੀਕੀਆਂ ਸਮਝਾ ਕੇ ਚੰਗੀ ਤਰ੍ਹਾਂ ਚੰਡ ਦਿੱਤਾ ਸੀ। ਇਸ ਤਰ੍ਹਾਂ MA ਦੀ ਪੜ੍ਹਾਈ ਪਹਿਲੇ ਦਰਜੇ ਵਿੱਚ ਪਾਸ ਕਰਕੇ ਤਾਰੀ ਜੁਲਾਈ 1961 ਵਿੱਚ ਪਹਿਲ ਦੇ ਆਧਾਰ ਤੇ ਚੋਣ ਹੋਣ ਕਰਕੇ ਵੈਸ਼ ਕਾਲਜ ਰੋਹਤਕ ਵਿੱਚ ਪ੍ਰੋਫੈਸਰੀ ਦੀ ਨੌਕਰੀ ਮਿਲਣ ਤੋਂ ਬਾਅਦ ਤਾਰੀ ਤੋਂ ਪ੍ਰੋਫੈਸਰ ਕਰਤਾਰ ਸਿੰਘ ਬਣ ਗਿਆ। ਕਾਲਜ ਵਿੱਚ ਪੰਜਾਬੀ ਦਾ ਪ੍ਰੋਫੈਸਰ ਹੋਣ ਕਰਕੇ ਜ਼ਰੂਰੀ ਸੀ ਕਿ ਪੰਜਾਬੀ ਵਿੱਚ ਵੀ ਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਦੀ ਜ਼ਿੰਮੇਵਾਰੀ ਮਿਲਣੀ ਹੀ ਸੀ। ਦਰਅਸਲ ਨਾਟਕ ਖੇਡਣ ਦੀ ਚੇਟਕ ਤਾਰੀ ਨੂੰ 1949 ਵਿੱਚ ਗੁਰਮਤਿ ਪ੍ਰੈਸ ਅੰਮ੍ਰਿਤਸਰ ਵਿੱਚ ਕੰਪੋਜ਼ਿਟਰ ਦੀ ਨੌਕਰੀ ਕਰਦਿਆਂ ਅਜੋਕੇ ਦੌਰ ਦੇ ਪ੍ਰਸਿੱਧ ਨਾਟਕਕਾਰ ਡਾਕਟਰ ਆਤਮਜੀਤ ਦੇ ਪਿਤਾ ਪ੍ਰਿੰਸੀਪਲ SS ਅਮੋਲ ਨੇ ਲਾਈ ਸੀ। ਤਾਰੀ ਦਾ ਰਾਹ ਦਸੇਰਾ ਮਨਸਾ ਸਿੰਘ ਸੋਹਣਾ ਸੁਨੱਖਾ ਹੋਣ ਕਰਕੇ ਤਾਰੀ ਨੂੰ ਅਮੋਲ ਜੀ ਕੋਲ ਲੈ ਗਿਆ। ਉਸ ਸਮੇਂ ਤਾਰੀ ਬਿਲਕੁਲ ਅਲੂਆ ਜਿਹਾ ਸੀ। ਜਦੋਂ ਉਸ ਨੂੰ ਸਟੇਜ ਤੇ ਬੋਲਣ ਲਈ ਡਾਇਲਾਗ ਸਮਝਾਏ ਗਏ ਤਾਂ ਤਾਰੀ ਨੂੰ ਉਹ ਡਾਇਲਾਗ ਕੁੜੀ ਦੇ ਮੂੰਹੋਂ ਲੱਗੇ। ਉਹ ਉਸ ਨੂੰ ਅਣਦਾੜੀਆ ਹੋਣ ਕਰਕੇ ਨਾਇਕਾ ਪ੍ਰੋਮਿਲਾ ਦਾ ਰੋਲ ਦੇਣਾ ਚਾਹੁੰਦੇ ਸਨ, ਪਰ ਉਸ ਵੇਲੇ ਤਾਰੀ ਨੇ ਕੁੜੀ ਦਾ ਰੋਲ ਕਰਨ ਤੋਂ ਨਾ ਕਰ ਦਿੱਤੀ। ਫਿਰ ਇਸੇ ਨਾਟਕ ਸ਼ਾਮੂ ਸ਼ਾਹ ਵਿੱਚ ਤਾਰੀ ਨੇ ਜੱਜ ਅਤੇ ਲਾਲ ਚੰਦ ਦੀ ਦੋਹਰੀ ਭੂਮਿਕਾ ਨਿਭਾਈ ਸੀ, ਜਿਸ ਵਿੱਚ ਮਨਸਾ ਸਿੰਘ ਸ਼ਾਮੂ ਸ਼ਾਹ ਬਣਿਆ ਤੇ ਹਰਬੰਸ ਸਿੰਘ ਖੁਰਾਣਾ ਆਕਾਸ਼ਵਾਣੀ ਜਲੰਧਰ ਵਾਲੇ ਨੇ ਮਜ਼ਾਹੀਆ ਰੋਲ ਕੀਤਾ। ਰੋਹਤਕ ਕਾਲਜ ਵਿੱਚ ਨੌਕਰੀ ਲੱਗਣ ਤੋਂ ਬਾਅਦ ਉੱਥੇ ਪ੍ਰੋਫੈਸਰ ਕਰਤਾਰ ਸਿੰਘ ਤਿਆਗੀ ਵੱਲੋਂ ਤਿਆਰ ਕੀਤੇ ਪੰਜਾਬੀ ਇਕਾਂਗੀ ਵਿੱਚ ਅੱਜ ਦੇ ਫਿਲਮੀ ਦੁਨੀਆ ਦੇ ਸ਼ੋਅਮੈਨ BCom ਦੇ ਵਿਦਿਆਰਥੀ ਸੁਭਾਸ਼ ਘਈ ਨੂੰ ਉਸਨੇ ਇੱਕ ਰੋਲ ਵਿੱਚ ਸਟੇਜ ਤੇ ਲਿਆਂਦਾ ਸੀ। ਬਜ਼ੁਰਗ ਕਰਤਾਰ ਸਿੰਘ ਤਿਆਗੀ ਨੂੰ ਤਾਂ ਸਭ ਕੁਝ ਯਾਦ ਹੈ। ਫਿਲਮੀ ਦੁਨੀਆ ਦੀ ਚਮਕ ਦਮਕ ਵਿੱਚ ਸੁਭਾਸ਼ ਘਈ ਭਾਵੇਂ ਸਭ ਕੁਝ ਭੁੱਲ ਗਿਆ ਹੋਵੇ, ਸਾਰੀ ਰਾਤ ਆਪਣੇ ਸੰਘਰਸ਼ੀ ਜੀਵਨ ਵਿੱਚ ਬੀਤੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਤਾਰੀ ਦੀ ਕਦੋਂ ਅੱਖ ਲੱਗ ਗਈ ਕੋਈ ਪਤਾ ਨਹੀਂ। ਜਾਗੋ ਮੀਟਿੰਗ 'ਚ ਵੱਡੇ ਭਰਾ ਦੀ ਆਵਾਜ਼ ਸੁਣ ਸੁਚੇਤ ਹੋਇਆ, ਤਾਰੀ ਤੂੰ ਉੱਠਿਆ ਹੀ ਨਹੀਂ, ਆਪਾਂ ਵਿਚੋਲੇ ਨੂੰ 10 ਵਜੇ ਦਾ ਸਮਾਂ ਦਿੱਤਾ। ਆ ਭਰਾ ਜੀ ਥਕਾਵਟ ਹੀ ਇੰਨੀ ਹੋ ਗਈ ਸੀ ਕਿ ਪਤਾ ਹੀ ਨਹੀਂ ਲੱਗਾ ਕਿੱਥੇ ਪਿਆ ਰਿਆਂ, ਕਹਿ ਉੱਠ ਕੇ ਸਿਰ ਤੇ ਪਰਨਾ ਲਪੇਟਣ ਲੱਗ ਪਿਆ। ਨਹਾਉਣ ਧੋਣ ਤੋਂ ਬਾਅਦ ਤਿਆਰ ਹੋ ਕੇ ਚਾਹ ਵੇਲਾ ਕਰਨ ਤੋਂ ਮਗਰੋਂ ਮਿੱਥੇ ਸਮੇਂ ਅਨੁਸਾਰ ਭਰਾ ਜੀ ਤੇ ਭਰਜਾਈ ਸਮੇਤ ਤਾਰੀ ਉਰਫ ਪ੍ਰੋਫੈਸਰ ਕਰਤਾਰ ਸਿੰਘ ਵਿਚੋਲੇ ਦੇ ਘਰ ਪਹੁੰਚ ਗਏ। ਉਹਨਾਂ ਵੇਲਿਆਂ ਵਿੱਚ ਅੱਜ ਵਾਂਗ ਨਹੀਂ ਸੀ ਕਿ ਵਿਆਹ ਤੋਂ ਪਹਿਲਾਂ ਹੀ ਇੱਕ ਦੂਜੇ ਨੂੰ ਮਿਲਿਆ ਜਾਵੇ, ਇੱਕ ਦੂਜੇ ਦੇ ਹੱਥ ਵਿੱਚ ਹੱਥ ਪਾ ਕੇ ਜਨਤਕ ਥਾਵਾਂ ਤੇ ਘੁੰਮਿਆ ਜਾਵੇ ਤੇ ਮਾਪੇ ਆਪਣੇ ਬੱਚਿਆਂ ਦੇ ਅਜਿਹੇ ਕੰਮਾਂ ਤੇ ਫਖਰ ਮਹਿਸੂਸ ਕਰਨ। ਭਰੋਸੇਯੋਗ ਵਿਚੋਲੇ ਦੇ ਜ਼ਰੀਏ ਹੀ ਇੱਕ ਦੂਜੇ ਤੋਂ ਅਣਜਾਣ ਮੁੰਡਾ ਕੁੜੀ ਵਿਆਹ ਵਰਗੇ ਪਵਿੱਤਰ ਰਿਸ਼ਤੇ ਵਿੱਚ ਬੰਨ੍ਹ ਦਿੱਤੇ ਜਾਂਦੇ ਸਨ ਤੇ ਉਹ ਰਿਸ਼ਤੇ ਤਾਂ ਉਮਰ ਨਿਭਦੇ ਵੀ ਸਨ। ਅੱਜ ਵਾਂਗ ਇਹ ਨਹੀਂ ਕਿ ਸਵੇਰੇ ਵਿਆਹ ਤੇ ਸ਼ਾਮੀ ਤਲਾਕ। ਵਿਚੋਲਾ ਪ੍ਰੋਫੈਸਰ ਬਣੇ ਕਰਤਾਰ ਸਿੰਘ ਤਿਆਗੀ ਨੂੰ ਤੇ ਸਾਰੇ ਪਰਿਵਾਰ ਬਾਰੇ ਬਹੁਤ ਨੇੜਿਓਂ ਜਾਣਦਾ ਸੀ। ਪ੍ਰੋਫੈਸਰ ਬਣਨ ਤੋਂ ਪਹਿਲਾਂ ਤੇ ਦਿੱਲੀ ਜਾਣ ਤੋਂ ਬਾਅਦ ਕਰਤਾਰ ਸਿੰਘ ਤਿਆਗੀ ਦੇ ਤਖੱਲਸ ਹੇਠ ਮੈਗਜ਼ੀਨਾਂ ਤੇ ਅਖਬਾਰਾਂ ਵਿੱਚ ਉਸਦੀਆਂ ਅਕਸਰ ਰਚਨਾਵਾਂ ਛਪਦੀਆਂ ਹੀ ਰਹਿੰਦੀਆਂ ਸਨ। ਸੰਗੀਤ ਦੇ ਸ਼ੌਕ ਤੇ ਨਾਟਕ ਵਿੱਚ ਕੰਮ ਕਰਨ ਬਾਰੇ ਵੀ ਵਿਚੋਲਾ ਜਾਣਦਾ ਸੀ। ਵਿਚੋਲੇ ਦੇ ਘਰ ਪ੍ਰੋਫੈਸਰ ਕਰਤਾਰ ਸਿੰਘ ਦੀ ਹੋਣ ਵਾਲੀ ਮੰਗੇਤਰ ਤੇ ਫਿਰ ਪਤਨੀ ਅਧਿਆਪਕਾ ਸਤਵੰਤ ਕੌਰ ਚਾਹ ਵਾਲੀ ਟਰੇ ਮੇਜ਼ ਤੇ ਰੱਖਣ ਤੋਂ ਬਾਅਦ ਨੰਗੇ ਮੂੰਹ ਉਸਦੇ ਬਿਲਕੁਲ ਸਾਹਮਣੇ ਕੁਰਸੀ ਤੇ ਸੁੰਗੜ ਕੇ ਬੈਠ ਗਈ, ਜੋ ਪ੍ਰੋਫੈਸਰ ਸਾਹਿਬ ਦੇ ਦਿਲ ਵਿੱਚ ਚਿਤਵੀ ਸੂਰਤ ਤੋਂ ਵੀ ਸੋਹਣੀ ਸੀ। ਉੱਪਰੋਂ ਸਾਦਗੀ ਦੀ ਮੂਰਤ। ਵਿਚੋਲੇ ਨੇ ਹੋਰ ਚੁਸਤੀ ਵਰਤਦਿਆਂ ਕੁੜੀ ਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਪ੍ਰੋਫੈਸਰ ਦੀ ਕਾਬਲੀਅਤ ਦਾ ਹੋਰ ਪ੍ਰਭਾਵ ਪਾਉਣ ਵਾਸਤੇ ਪ੍ਰੋਫੈਸਰ ਸਾਹਿਬ ਨੂੰ ਮੁਖਾਤਬ ਹੁੰਦਿਆਂ ਕਿਹਾ, ਤਿਆਗੀ ਜੀ ਇਸ ਖੁਸ਼ੀ ਦੇ ਮਾਹੌਲ ਨੂੰ ਜ਼ਰਾ ਹੋਰ ਰੰਗੀਨ ਕਰੋ, ਜੋ ਸਾਰਿਆਂ ਨੂੰ ਚੰਗਾ ਲੱਗੇਗਾ, ਹੈ ਕਿ ਨਹੀਂ? ਆਖ ਦੂਸਰੇ ਮੈਂਬਰਾਂ ਤੋਂ ਸਿਰ ਉਤਾਂ ਠਾਂ ਕਰਕੇ ਵਿਚੋਲੇ ਨੇ ਸਹਿਮਤੀ ਮੰਗੀ। ਸਭਨਾਂ ਨੇ ਵਿਚੋਲੇ ਦੇ ਸੁਝਾਅ ਦੀ ਤਾਇਦ ਕੀਤੀ।
ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਤੇ ਨਾਟਕ ਮੰਚਨ ਕਰਕੇ ਪ੍ਰੋਫੈਸਰ ਸਾਹਿਬ ਦਾ ਝਾਂਕਾ ਤਾਂ ਪਹਿਲਾਂ ਹੀ ਖੁੱਲ੍ਹਾ ਹੋਇਆ ਸੀ। ਉਹਨਾਂ ਵਿਚੋਲੇ ਦੀ ਮਨਸ਼ਾ ਸਮਝਦਿਆਂ ਹੋਇਆਂ ਉਸ ਵੇਲੇ 14ਵੀਂ ਕਾ ਚਾਂਦ ਫਿਲਮ ਦਾ ਬਹੁਤ ਹੀ ਮਸ਼ਹੂਰ ਹੋ ਚੁੱਕਾ ਗੀਤ ਜੋ ਬੱਚੇ ਬੱਚੇ ਦੀ ਜ਼ੁਬਾਨ ਤੇ ਸੀ, ਤਰੰਨਮ ਵਿੱਚ ਗਾ ਕੇ ਵਿਚੋਲੇ ਦੇ ਘਰ ਵਾਹ ਲੁੱਟੀ। ਪ੍ਰੋਫੈਸਰ ਕਰਤਾਰ ਸਿੰਘ ਦਾ ਵਿਆਹ ਝੱਟ ਮੰਗਣੀ ਤੇ ਪਟਕ ਵਿਆਹ ਵਾਂਗ 3 ਮਹੀਨੇ ਦੇ ਵਿੱਚ ਹੀ ਹੋ ਗਿਆ। ਵਿਚੋਲਾ ਹੋਰ ਲੰਮਾ ਸਮਾਂ ਪਾ ਕੇ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ ਸੀ। ਚੰਗਾ ਤੇ ਨੌਕਰੀ ਵਾਲਾ ਲੜਕਾ ਮਿਲਦਾ ਵੀ ਕਿੱਥੇ ਸੀ। ਸੋ MA BT ਪਾਸ ਸਰਕਾਰੀ ਸਕੂਲ ਵਿੱਚ ਅਧਿਆਪਕਾ ਲੱਗੀ ਸਤਵੰਤ ਕੌਰ ਨਾਲ ਪ੍ਰੋਫੈਸਰ ਸਾਹਿਬ ਦੀ ਰਜ਼ਾਮੰਦੀ ਤੋਂ ਬਾਅਦ ਰਿਸ਼ਤਾ ਪੱਕਾ ਹੋ ਗਿਆ ਤੇ 3 ਮਹੀਨੇ ਦੇ ਵਕਫੇ ਬਾਅਦ ਸ਼ਾਦੀ ਦੀ ਤਾਰੀਖ ਵੀ ਤੈਅ ਕਰ ਲਈ ਗਈ। ਸੰਨ 1962 ਵਿੱਚ 30 ਸਾਲ ਦੀ ਉਮਰੇ ਕਰਤਾਰ ਸਿੰਘ ਤਿਆਗੀ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝਿਆ। ਕਿੰਨੀ ਸਾਦਗੀ ਹੁੰਦੀ ਸੀ ਉਦੋਂ ਵਿਆਹਾਂ ਵਿੱਚ। ਬਰਾਤ ਕੋਈ ਜ਼ਿਆਦਾ ਦੂਰ ਨਹੀਂ ਜਾਣੀ ਸੀ, ਤਰਨਤਾਰਨ ਦੇ ਦੂਸਰੇ ਮਹੱਲੇ ਵਿੱਚ ਹੀ ਜਾਣੀ ਸੀ। ਸਿਰਫ ਕਰਤਾਰ ਸਿੰਘ ਹੀ ਸਿਹਰਾ ਸਜਾ ਕੇ ਘੋੜੀ ਤੇ ਬੈਠਿਆ। ਭਰਜਾਈ ਜੀ ਨੇ ਸੁਰਮਾ ਪਾਉਣ ਦੀ ਰਸਮ ਅਦਾ ਕਰਕੇ ਨਵੇਂ ਨੋਟਾਂ ਵਾਲਾ ਖਰੀਦਿਆ ਹਾਰ ਪਾ ਦਿੱਤਾ। ਭੈਣ ਨੇ ਵਾਗ ਫੜੀ। ਉਪਰੰਤ ਦਰਬਾਰ ਸਾਹਿਬ ਮੱਥਾ ਟੇਕਣ ਲਈ ਬਾਕੀ ਬਰਾਤ ਪੈਦਲ ਹੀ ਗਈ। ਆਪਣੇ ਵਿਆਹ ਦਾ ਸੱਦਾ ਕਰਤਾਰ ਸਿੰਘ ਨੇ ਹੋਰਨਾਂ ਤੋਂ ਇਲਾਵਾ ਮੰਗਲ ਭਾਅ ਜਲੇਬੀਆਂ ਵਾਲੇ ਨੂੰ ਵੀ ਆਪ ਜਾ ਕੇ ਦਿੱਤਾ, ਜਿਸ ਨੇ ਭਰਾਵਾਂ ਵਰਗੇ ਦੋਸਤ ਨੂੰ ਸ਼ਗਨ ਤੋਂ ਇਲਾਵਾ ਆਏ ਬਰਾਤੀਆਂ ਦੀ ਜਲੇਬੀਆਂ ਨਾਲ ਸੇਵਾ ਕੀਤੀ। ਬੇਸ਼ੱਕ ਦੁਕਾਨਦਾਰੀ ਕਰਕੇ ਮੰਗਲ ਬਰਾਤ ਦੇ ਨਾਲ ਨਹੀਂ ਜਾ ਸਕਿਆ ਸੀ, ਪਰ ਉਸ ਤੋਂ ਖੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਪ੍ਰੋਫੈਸਰ ਕਰਤਾਰ ਸਿੰਘ ਤਿਆਗੀ ਫਿਰ ਘੋੜੀ ਤੇ ਸਵਾਰ ਹੋ ਕੇ ਬਾਰਾਤ ਧਰਮਸ਼ਾਲਾ ਵੱਲ ਨੂੰ ਰਵਾਨਾ ਹੋਈ। ਉਸ ਵੇਲੇ ਮੌਕੇ ਦਾ ਮਿਊਨਿਸਪਲ ਕਮਿਸ਼ਨਰ ਕਰਤਾਰ ਸਿੰਘ ਦਾ ਦੂਰੋਂ ਨੇੜਿਓਂ ਰਿਸ਼ਤੇਦਾਰ ਸੀ। ਉਸਨੇ ਡੋਲੀ ਵਾਸਤੇ ਆਪਣੀ ਕਾਰ ਭੇਜਣ ਦਾ ਵਾਅਦਾ ਕੀਤਾ ਸੀ, ਪਰ ਉਸ ਨੂੰ ਕਿਸੇ ਜ਼ਰੂਰੀ ਕੰਮ ਵਾਸਤੇ ਅੰਮ੍ਰਿਤਸਰ ਜਾਣਾ ਪੈ ਗਿਆ, ਸੋ ਸਮੇਂ ਸਿਰ ਵਾਪਸ ਨਹੀਂ ਆਇਆ। ਉਦੋਂ ਆਨੰਦ ਕਾਰਜ ਧਰਮਸ਼ਾਲਾਵਾਂ ਵਿੱਚ ਹੀ ਹੁੰਦੇ ਸਨ। ਆਨੰਦ ਕਾਰਜ ਦੀ ਰਸਮ ਤੋਂ ਬਾਅਦ ਅੰਨ ਪਾਣੀ ਛਕ ਕੇ ਡੋਲੀ ਤੁਰਨੀ ਸੀ ਤੇ ਕਾਰ ਦਾ ਇੰਤਜ਼ਾਰ ਹੋ ਰਿਹਾ ਸੀ, ਪਰ ਉਹ ਆਈ ਨਹੀਂ। ਵੱਡੇ ਭਰਾ ਜੀ ਨੇ ਕਰਤਾਰ ਨੂੰ ਕਿਹਾ, "ਉਹ ਤਾਰੀ, ਆ 4 ਕਦਮਾਂ ਤੇ ਤਾਂ ਜਾਣਾ ਹੈ, ਰਿਕਸ਼ੇ ਤੇ ਬੈਠ, ਆਪਣੇ ਘਰ ਪਹੁੰਚੀਏ ਲੋਏ ਲੋਏ।" ਤਾਰੀ ਦੁਲਹਨ ਸਮੇਤ ਰਿਕਸ਼ੇ ਤੇ ਸਵਾਰ ਹੋ ਗਿਆ ਤੇ ਬਾਜ਼ਾਰਾਂ ਵਿੱਚ ਦੀ ਬਰਾਤ ਦੀ ਵਾਪਸੀ ਹੋ ਗਈ। ਘਰ ਦੇ ਨੇੜੇ ਆ ਕੇ ਕਰਤਾਰ ਨੇ ਭਰਾ ਜੀ ਨੂੰ ਪੁੱਛਿਆ, "ਉਹ ਭਰਾ ਜੀ, ਰਿਕਸ਼ੇ ਵਾਲੇ ਨੂੰ ਕਿੰਨਾ ਕਿਰਾਇਆ ਦੇਣਾ?" ਕਿਉਂਕਿ ਕਿਰਾਇਆ ਟੁੱਕਿਆ ਨਹੀਂ ਸੀ। "ਉਹ 2 ਰੁਪਏ ਦੇ ਛੱਡੋ, 5 ਮਿੰਟਾਂ ਦਾ ਤਾਂ ਰਸਤਾ ਸੀ, ਹੋਰ ਇਹਨੂੰ ਕਿੰਨੇ ਕੁ ਦੇਣੇ ਨੇ?" ਵੱਡੇ ਭਰਾ ਨੇ ਲਾਪਰਵਾਹੀ ਜੀ ਨਾਲ ਆਖਿਆ। ਪ੍ਰੋਫੈਸਰ ਕਰਤਾਰ ਸਿੰਘ ਨੇ ਸੋਚਿਆ, ਇੱਕੋ ਵਾਰੀ ਤਾਂ ਵਿਆਹ ਹੁੰਦਾ ਹੈ, 2 ਰੁਪਏ ਘੱਟ ਨੇ। ਰਿਕਸ਼ੇ ਵਾਲਾ ਡੋਲੀ ਲੈ ਕੇ ਆਇਆ। ਕਰਤਾਰ ਸਿੰਘ ਨੇ ਗਲ ਪਏ ਹਾਰ ਚੋਂ 5 ਦਾ ਨੋਟ ਖਿੱਚ ਕੇ ਰਿਕਸ਼ਾ ਚਾਲਕ ਦੇ ਹੱਥ ਤੇ ਰੱਖ ਦਿੱਤਾ। ਉਸ ਵੇਲੇ ਜੋ ਖੁਸ਼ੀ ਰਿਕਸ਼ੇ ਵਾਲੇ ਦੇ ਚਿਹਰੇ ਤੇ ਕਰਤਾਰ ਸਿੰਘ ਨੇ ਵੇਖੀ, ਉਹ ਨਹੀਂ ਭੁੱਲਦੀ। ਵਿਆਹ ਦਾ ਵੇਲਾ ਯਾਦ ਕਰਦਿਆਂ ਬਜ਼ੁਰਗ ਕਰਤਾਰ ਸਿੰਘ ਤਿਆਗੀ ਰੋਮਾਂਚ ਨਾਲ ਹੁਣ ਵੀ ਭਰ ਜਾਂਦਾ ਹੈ। ਬਾਕੀ ਅਗਲੇ ਕਾਂਡ ਵਿੱਚ।